ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਕਲਗੀਧਰ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ ਦੇ 8, 9 ਔਰ 10 ਇਹ 3 ਛੰਦ ਆਪ ਜੀ ਨੇ ਸਰਵਣ ਕੀਤੇ ਹਨ। ਇਸ ਪਾਵਨ 8ਵੇਂ ਛੰਦ ਵਿੱਚ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਨੇ, ਤੂੰ ਬੜਾ ਉਦਾਰ ਚਿੱਤ ਹੈ। ਉਦਾਰ ਕਹਿੰਦੇ ਨੇ ਕਿਰਪਾਲੂ ਸਰਲ ਚਿੱਤ ਨੂੰ ਕਹਿੰਦੇ ਉਦਾਰ ਹੈ, ਜਿਹਦੇ ਚਿੱਤ ਵਿੱਚ ਕੋਈ ਵਿੰਗ ਵਲ ਨਹੀਂ ਹੈ। ਉਦਾਰ ਦੇ ਅਰਥ ਹੋਣਗੇ ਬਿਲਕੁਲ ਭੋਲਾ ਸਿੱਧਾ ਸਾਦਾ, ਜਿਹੜਾ ਕਦੀ ਬਹੁਤੀਆਂ ਵਿਚਾਰਾਂ ਵਿੱਚ ਨਹੀਂ ਪੈਂਦਾ। ਹੇ ਅਕਾਲ ਪੁਰਖ, ਤੂੰ ਬੜਾ ਉਦਾਰ ਚਿੱਤ ਹੈ। ਜਦੋਂ ਕੋਈ ਤੇਰੇ ਨਾਲ ਪਿਆਰ ਕਰਦਾ ਹੈ ਤਾਂ ਤੂੰ ਉਹਦੇ ਅਵਗੁਣ ਨਹੀਂ ਵੇਖਦਾ, ਪਿਆਰ ਤੇ ਰੀਝ ਪੈਂਦਾ ਹੈ। ਤੇਰੇ ਮਨ ਵਿੱਚ ਕੋਈ ਸ਼ੰਕਾ ਨਹੀਂ, ਤੇਰੇ ਮਨ ਵਿੱਚ ਕਿਸੇ ਪ੍ਰਤੀ ਬਹੁਤੀ ਕਲਮ ਦਵਾਤ ਦੀ ਗੱਲ ਨਹੀਂ ਹੈ। ਉਦਾਰ ਹੈ, ਸਿੱਧਾ ਸਾਦਾ ਹੈ, ਭੋਲਾ ਹੈ। ਇਹ ਇੱਕ ਬਹੁਤ ਵੱਡਾ ਸੁਭਾਅ ਹੈ ਪਰਮਾਤਮਾ ਦਾ, ਸਿੱਧਾ ਹੋਣਾ। ਇਸ ਕਰਕੇ ਗੁਰਬਾਣੀ ਵਿੱਚ ਜਿੱਥੇ ਹੋਰ ਗੱਲਾਂ ਕਹੀਆਂ ਗਈਆਂ ਨੇ ਕਿ ਬੰਦੇ ਦੀ ਵਿਕਾਰ ਰੱਬ ਨੂੰ ਚੰਗੇ ਨਹੀਂ ਲੱਗਦੇ ਜਾਂ ਹੰਕਾਰੀ ਚੰਗਾ ਨਹੀਂ ਲੱਗਦਾ, ਉੱਥੇ ਇੱਕ ਗੱਲ ਤੇ ਗੁਰਬਾਣੀ ਵਿੱਚ ਵਾਰ-ਵਾਰ ਜ਼ੋਰ ਦਿੱਤਾ ਗਿਆ ਹੈ ਕਿ ਚਲਾਕ ਆਦਮੀ, ਆਪਣੇ ਆਪ ਨੂੰ ਬਹੁਤਾ ਚਲਾਕ ਸਮਝਣ ਵਾਲਾ ਵਿਅਕਤੀ ਰੱਬ ਦੇ ਨੇੜੇ ਨਹੀਂ ਹੋ ਸਕਦਾ, ਉਹਨੂੰ ਚੰਗਾ ਨਹੀਂ ਲੱਗਦਾ। ਗੁਰਬਾਣੀ ਵਿੱਚ ਅਨੇਕ ਉਦਾਹਰਨਾਂ ਨੇ। ਗੁਰੂ ਅਮਰਦਾਸ ਜੀ ਨੇ ਵੀ ਬਚਨ ਕੀਤੇ ਭਗਤ ਕਬੀਰ ਸਾਹਿਬ ਨੂੰ
ਕਿਸੇ ਸਵਾਲ ਕੀਤਾ ਸੀ ਕਿ ਭਗਤੀ ਦਾ ਤਰੀਕਾ ਕੀ ਹੈ, ਜੁਗਤ ਕਿਹੜੀ ਹੈ, ਕਿਹੜਾ ਢੰਗ ਹੈ। ਵੈਸੇ ਤੇ ਉਹਨਾਂ ਨੇ 2 ਉਦਾਹਰਨਾਂ ਵੀ ਦਿੱਤੀਆਂ ਨੇ 2 ਭਗਤਾਂ ਦੀਆਂ, ਜਿਨ੍ਹਾਂ ਦੀ ਉਮਰ 5 ਸਾਲ ਸੀ। ਜਦੋਂ ਪੁੱਛਿਆ ਕਿਵੇਂ ਕਰਨਾ, ਤਰੀਕਾ ਕਿਹੜਾ ਹੈ, ਕਿਉਂਕਿ ਜੁਗਤਾਂ ਲੱਭਣੀਆਂ ਪੈਂਦੀਆਂ ਨੇ। ਹਰ ਇੱਕ ਬੰਦਾ ਕੁਦਰਤੀ ਤੌਰ 'ਤੇ ਕਹੇਗਾ ਵੀ ਕੋਈ ਤਰੀਕਾ ਹੋਵੇ ਜਿਹਦੇ ਨਾਲ ਜਪ ਲਈਏ, ਕੋਈ ਜੁਗਤ ਹੋਵੇ ਜਿਹਦੇ ਨਾਲ ਜਲਦੀ ਮਿਲਿਆ ਜਾ ਸਕੇ। ਇਹ ਗੱਲ ਠੀਕ ਹੈ, ਜੁਗਤ ਨਾਲ ਜਲਦੀ ਬੰਦਾ ਕਾਮਯਾਬ ਹੋ ਜਾਂਦਾ, ਤਰੀਕੇ ਨਾਲ ਜਲਦੀ ਕਾਮਯਾਬ ਹੋ ਜਾਂਦਾ ਹੈ। ਪਰ ਇੱਥੇ ਇੱਕ ਗੱਲ ਖਿਆਲ ਰੱਖਣਾ, ਪਰਮਾਤਮਾ ਸਰੀਰ ਤੋਂ ਵੀ ਪਰੇ ਹੈ ਤੇ ਮਨ ਤੋਂ ਵੀ। ਜਿਹੜੀਆਂ ਜੁਗਤਾਂ ਸਰੀਰ ਨਾਲ ਸੰਬੰਧਿਤ ਨੇ, ਜਿਵੇਂ ਸਿੱਧੇ ਹੋ ਕੇ ਬਹਿਣਾ, ਧਿਆਨ ਲਾਉਣਾ, ਇਹ ਸਰੀਰ ਨਾਲ ਸੰਬੰਧਿਤ ਨੇ। ਮਨ ਦੁਆਰਾ ਸੋਚ ਕੇ ਕੁਝ ਜੁਗਤਾਂ ਬਣਾਉਣੀਆਂ ਮਨ ਨਾਲ ਸੰਬੰਧਿਤ ਨੇ, ਉਹ ਇਹਦੇ ਤੋਂ ਅੱਗੇ ਹੈ। ਤਾਂ ਉਹਨਾਂ ਨੇ 2 ਭਗਤਾਂ ਦੀ ਉਦਾਹਰਨ ਦਿੱਤੀ। ਕਹਿੰਦੇ ਬੱਚੇ ਸਨ, ਬਿਲਕੁਲ ਸਰਲ ਸਨ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਕੋਲ ਕਿਹੜੀ ਜੁਗਤ ਸੀ? 5 ਸਾਲ ਦੇ ਬੱਚੇ ਨੂੰ ਕੀ ਕਹੋਗੇ? ਕਿੰਨੀ ਲੰਮੀ ਸਮਾਧੀ ਲਾਉਂਦਾ, ਕਿੰਨੇ ਪਾਠ ਕਰ ਸਕਦਾ 5 ਸਾਲ ਦਾ ਬੱਚਾ? ਕਿੰਨੀ ਹੈ ਉਹਦੇ ਵਿੱਚ ਸਰੀਰ ਦੀ ਕਪੈਸਿਟੀ? ਅਜੇ ਤੇ 5 ਸਾਲ ਦਾ ਤਾਂ ਹੋਇਆ, ਪੜ੍ਹਿਆ ਵੀ ਨਹੀਂ ਅਜੇ ਤੇ। ਵੇਦ ਕਿੱਥੇ ਆਉਂਦੇ ਹੋਣਗੇ? ਸਿਮਰਤੀਆਂ ਧਰੂ ਨੇ ਕਿੱਥੇ ਪੜ੍ਹੀਆਂ ਹੋਣਗੀਆਂ? ਪ੍ਰਹਿਲਾਦ ਵਿਆਕਰਣ ਪੜ੍ਹਨ ਗਏ ਹੋਣਗੇ ਕਦੀ? ਅਜੇ ਤਾਂ 5 ਸਾਲ ਦੀ ਉਮਰ ਸੀ, ਘਰ ਵਿੱਚ ਸਨ। ਤਾਂ ਕਿਹੜੀ ਯੂਨੀਵਰਸਿਟੀ ਵਿੱਚ? ਬਨਾਰਸ ਨਹੀਂ ਗਏ ਉਹ, ਵਿਦਵਾਨ ਵੀ ਨਹੀਂ ਸਨ। 5 ਸਾਲ ਦੀ ਤਾਂ ਉਮਰ ਹੈ ਸਾਰੀ। ਤੇ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸ਼ਾਇਦ ਹੀ ਕਿਸੇ ਹੋਰ ਦੀ ਗੱਲ ਕੀਤੀ ਹੋਵੇ ਵੀ ਇਸ ਤਰ੍ਹਾਂ ਤੁਸੀਂ ਜਪੋ ਤਾਂ ਕਾਮਯਾਬੀ ਹੈ, ਪਰ ਇਹਨਾਂ ਦੋਵਾਂ ਦੀ ਉਦਾਹਰਨ ਦੇ ਦਿੱਤੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਵਿੱਚ ਕਿਹੜੀ ਖਾਸੀਅਤ ਹੈ? ਉਹਨਾਂ ਵਿੱਚ ਕੋਈ ਖਾਸੀਅਤ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਕਹਿ ਰਹੇ ਨਮਸਤੰ ਉਦਾਰੇ, ਉਦਾਰ ਚਿੱਤ ਨੇ, ਵਲ ਵਿੰਗ ਅੰਦਰ ਕੋਈ ਨਹੀਂ, ਸਿੱਧਾ ਸਾਦਾ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਹੋਰ ਭਗਤ ਨੂੰ ਬਹੁਤ ਵਡਿਆਇਆ ਗਿਆ, ਭਗਤ ਫਰੀਦ ਸਾਹਿਬ। ਭਾਵੇਂ ਉਹਨਾਂ ਦੇ ਸੰਬੰਧ ਵਿੱਚ ਕਈ ਕਹਾਣੀਆਂ, ਕਈ ਸਾਖੀਆਂ ਮੌਜੂਦ ਨੇ, ਉਹਨਾਂ ਦੀ ਆਪਣੀ ਬਾਣੀ ਮੌਜੂਦ ਹੈ, ਪਰ ਜਦੋਂ ਉਹਨਾਂ ਦੇ ਜੀਵਨ ਦੀ ਆਰੰਭਤਾ ਹੋਈ ਸੀ ਤੇ ਆਰੰਭਤਾ ਭੋਲੇਪਣ ਤੋਂ ਹੋਈ ਸੀ, ਉਦਾਰ ਚਿੱਤ ਤੋਂ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਰੱਬ ਨੂੰ ਕਹਿ ਰਹੇ ਨੇ, ਉਦਾਰ ਚਿੱਤ ਬੜਾ, ਤੈਨੂੰ ਉਦਾਰ ਚਿੱਤ ਬੰਦੇ ਚੰਗੇ ਲੱਗਦੇ ਨੇ, ਹੰਕਾਰੀ ਨਹੀਂ, ਚਲਾਕ ਨਹੀਂ, ਬਹੁਤੇ ਸਿਆਣੇ ਨਹੀਂ, ਬਹੁਤੇ ਵਲ ਵਿੰਗਾਂ ਵਾਲੇ ਨਹੀਂ, ਬਹੁਤੇ ਚੁੰਚ ਗਿਆਨੀ ਤੈਨੂੰ ਨਹੀਂ ਪਾਉਂਦੇ। ਤੈਨੂੰ ਸਿੱਧੇ ਸਾਦੇ ਵਿਅਕਤੀ ਚੰਗੇ ਲੱਗਦੇ, ਤੂੰ ਆਪ ਸਿੱਧਾ ਹੈ, ਸਿੱਧਿਆਂ ਨਾਲ ਤੇਰੀ ਮਿੱਤਰਤਾ ਹੈ, ਬਿਲਕੁਲ ਸਿੱਧੇ। ਤਾਂ ਉਸ ਭਗਤ ਦੇ ਜੀਵਨ ਵਿੱਚ ਆਰੰਭ ਵਿੱਚ ਇਹ ਦਸ਼ਾ ਵਾਪਰੀ ਸੀ, ਇੱਥੋਂ ਸ਼ੁਰੂ ਹੋਈ ਭਗਤੀ। ਜਿੰਨਾ ਚਿਰ ਬੰਦਾ ਸਿੱਧਾ ਨਹੀਂ ਹੁੰਦਾ, ਸਾਦਾ ਨਹੀਂ ਹੁੰਦਾ, ਸਰਲ ਨਹੀਂ ਹੁੰਦਾ, ਭਗਤੀ ਦੀ ਪਹਿਲੀ ਆਰੰਭਤਾ ਨਹੀਂ ਹੋ ਸਕਦੀ। ਇਸ ਲਈ ਗੁਰੂ ਸਾਹਿਬ ਨੇ ਜਦੋਂ ਕਲਗੀਆਂ ਵਾਲੇ ਨੇ ਅੰਮ੍ਰਿਤ ਦੇਣਾ ਸੀ ਨਾ, ਤਾਂ ਉਹਨਾਂ ਨੇ ਕਿਹਾ ਮੈਨੂੰ ਸਿਰ ਦਿਓ। 5 ਦੇ ਸਿਰ ਮੰਗੇ, ਤਲਵਾਰ ਕੱਢ ਲਈ, ਝਟਕਾ ਦਿੱਤੇ, ਸਿਰ ਵੱਢਣਾ ਪਿਆ। ਸਿਰ ਵੱਢਣ ਦਾ ਮਤਲਬ ਸੀ ਗੁਰੂ ਦੀ ਗੱਲ, ਧਰਮ ਦੀ ਗੱਲ ਉੱਥੋਂ ਸ਼ੁਰੂ ਹੋਣੀ ਹੈ ਜਿੱਥੇ ਸਿਆਣਪ ਦਾ ਸਿਰ ਵੱਢਿਆ ਜਾਏ, ਜਿੱਥੇ ਚਲਾਕੀ ਦਾ ਸਿਰ ਵੱਢਿਆ ਜਾਏ, ਜ਼ਮੀਨ ਤੇ ਡਿੱਗ ਪਏ। ਜਦੋਂ ਬੰਦਾ ਇਹ ਮੰਨ ਜਾਏ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਕੁਝ ਨਹੀਂ ਆਉਂਦਾ, ਉੱਥੋਂ ਧਰਮ ਦੀ, ਦੁਨੀਆ ਦੀ ਪਹਿਲੀ ਪੁਲਾਂਘ ਪੱਟੀ ਜਾਂਦੀ। ਉਸ ਤੋਂ ਪਹਿਲਾਂ ਇੱਕ ਵੀ ਪੁਲਾਂਘ ਨਹੀਂ। ਐਵੇਂ ਨਾ ਫਸੇ ਰਹਿਣਾ ਦਿਮਾਗ ਦੀਆਂ 4 ਦੀਵਾਰੀਆਂ ਵਿੱਚ, ਨਿਕਲਣਾ ਚਾਹੀਦਾ ਇਹਦੇ ਵਿੱਚ। ਦਿਮਾਗ ਇੱਕ ਬੁੱਧੀ ਜਿਹੜੀ ਹੈ,
एक खास नीयत हिस्से विच काम करन वास्ते दिती रब ने, उहदे तो अगे नहीं। तां भगत फरीद जी दी जीवन यात्रा अल्लाह दी मुहब्बत दी गल कित्थों चली है। नमस्तंग उदारे, रब बड़ा उदार है, सीधा साधा है। माँ बड़ी सियाणी सी, उन्होंने जुगत वरत लई तरीका, कहंदे नमाज पढ़िया कर। तो उन्होंने क्या मिलेगा कि कोई चाहिदा भी तो है ना। उन्होंने क्या तू मुसल्ला विछा के बह, गोडे टेक धरती ते, खुदा नू कर नमस्कार, सिजदा कर। जदों तेरी नमाज खत्म हो जाएगी तू मुसल्ला चुक के वेखी, तेरे कपड़े थले रब शक्कर भेज देगा। ये माता ने शब्द वरते, रुचि बन गई, आरंभता हो गई। फरीद ने, वो भी छोटे सन, 5-7 साल दे, वड्डे नहीं। नमाज शुरू कर दी, अखां बंद हो गईयां, विश्वास गहरा हो गया। माँ ने अडोल शक्कर दी कौली भरी ते ओदा मुसल्ला चुकिया थले रख दिती। फरीद ने नमाज खत्म की, ओदे विश्वास ने उस शक्कर नू होर मिठा कर दिता। जिन्ना विश्वास डूंगा होवेगा उन्ना धार्मिक व्यक्ति अपने सफर नू छेती तय कर लेगा, जल्दी चला जाएगा। जिन्ना तर्कवादी होवेगा उन्ना समा वध लगेगा। हाँ, ये गल जरूर है, जे शक की दुनिया में बंदा जिउंदा है तो उन्होंने पूरी तरह पहला शक कर लेना चाहिए सारा। जदों छड्डना बिल्कुल छड्ड के तुर पवे, सीधा हो, फिर ना करे उसनू। जे विच विचाले जाके कर लिया ना, फिर तो गल उल्ट जाएगी भी अद्धी को रोटी पकाई थले ला ली, वो सुक गई, फिर पकाउण लग पे, की बनेगा उहदा, आकड़ जाएगी। जे उत्ते रखनी है तो पूरी पका दिओ, फिर अध विच ना छड्डना। कबीर साधु को मिलना जाइए, साथ ना लीजै कोई। जे इथों कुछ लैना है गुरु कोलों ते दिमाग बाहरले पासे जोड़े खाने विच, सुनने वाला दिमाग इत्थे चाहिदा है, समझण वाला, पर गुरु की गल समझण वाला दिमाग, संसारी नहीं। इत्थे किसी होर अहुदे की लोड़ नहीं, किसी विद्या की लोड़ नहीं, सिर्फ इत्थे गुरु की विद्या सुनने वाला दिमाग बंदे कोल चाहिदा है। फरीद साहब ने अखां खोलियां, माँ नूं कहंदे ने कित्थे है शक्कर, खुदा ने कहंदे अपना कपड़ा चुक, मुसल्ला चुकिया, शक्कर निकल आई। हैरान हो गए, पहली चोट वजी उन्हां दे जीवन विच, वाकई खुदा ते बहुत वड्डा है। बस नमाज पढ़दियां सार देन लग पैंदा, अंदर हरा भरा हो गया, अंदर प्यार दियां गंढां होर पीढ़ियां हो गईयां। बस फिर ते नमाज दिन रात पढ़नी शुरू हो गई। पढ़ते जदों भी पढ़ते उदों ही माँ शक्कर थले रख देंदी, चलदा रहा सब कुछ। ये क्यों होया? फरीद उदार चित सी, बच्चा सी। जे बुढ़ा हुंदा ते कित्थे मनदा सी। जे बुढ़ा उत्थे नमाज पढ़दा, उन्हें एक अख बंद करनी सी ते खब्बी खोल के आले दुआले वेखना सी भी की हो रहा है, फिर किवें गल बनेगी। एक खोल के वेखदा तो उन्हें वेख लेना सी मां रख रही, फिर भटक जाता, फिर कुछ नहीं सी मिलना। पर कर दित्तियां बंद दोवें पूरी तरह। जे बंदा अंध विश्वास भी करे तो 100% करे, अद्धा ना करे। साडा अंध विश्वास भी पूरा नहीं है, विश्वास भी पूरा नहीं, अंध विश्वास भी पूरा नहीं, ज्ञान भी पूरा नहीं। जेड़ा काम करिए उन्होंने पूरा तो कर लीए, घट्टो घट ज्ञान होवे तो पूरा ठोक के करो, तर्क करना है तो पूरा करो, विश्वास करना है तो पूरा करो, तो अंध विश्वास करना है तो अखां बिल्कुल बंद कर दो, छाल मार दो, आपे जो होएगा देखी जाएगी। कबीर साधु को मिलना जाइए, साथ ना लीजा कोई, पाछे पाँव ना दीजिए, आगे होए सो होए। फिर होण दी चिंता ना करे, तो जुआरियां दा कम है, ये व्यापारियां दा कम नहीं। जुआ खेडना पैंदा, नहीं तो इस तरह जिंदगी राहां विच रह जाएगी। तां ही किसी ने कहा सी, कुछ आहों में गुजर गई,
कुछ राहों में गुजर गई, मार्ग पे चलने वाले मंजिल पे पहुंच गए, राहों पे चलने वाले मंजिल पे पहुंच गए, राह बदलने वालों की राहों में गुजर गए। ਜਿਹੜੇ हर रोज अगे पिछे होंदे रहे। बाबा फरीद डूंगे विश्वास की दुनिया में चले गए। मैं उदार चित अकाल पुरख वाहगुरू दे उदार चित सीधे साधे सुभाव की गल तुहाडे नाल कर रहा। और कलगियां वाले पातशाह संदेश दे रहे ने, सज्जणों उन्होंने जपण वालिओ ख्याल रखियो, तुहाडे मन की किसी कोण विच किते सियाणप ना लुकी होवे, बाहर कढ़ के जपियो। तुहाडे मन की किसी कोण विच रब नाल चलाकी करन दी गल ना होवे। वो सियाणा भी बड़ा है, वो सुंदर भी बड़ा है, वो भोला भी बड़ा है, वो बख्शण वाला भी बड़ा है। तो बाबा फरीद पढ़ते गए। एक दिन मुसल्ले ते बैठिया बैठिया झलकारा वजा, अकाल पुरख की बख्शिश उन्हां ते वरी, अंदरों रस आउण लग पिया, अंदरों आनंद आउण लग पिया। नमाज लम्मी हो गई। फिर सूरज वल वेखना छड्ड दिता। ज्यों बैठे समा वध गया, समा ज़्यादा हो गया। माँ ने वेख्या अज तो फरीद उठते ही नहीं, शक्कर भी रख दी है। बड़े चिर बाद फरीद ने थोड़िया जिहियां अखां खोलियां, फिर बंद कर लियां, फिर खोलियां, फिर बंद कर लियां। माँ भी अभ्यासी सी, उन्हें वेख्या अज फरीद लगदा मेरी शक्कर तो किते अगे चला गया है, अज नहीं ये चुकेगा इस पल्ले नूं। फरीद साहब बड़े चिर बाद उठे, अपने बैड ते अपने मंजे ते बैठ गए, पर शरीर होर तरह का, अखां होर तरह की खबर दे रही ने। इंज लगदा है किते हुणे हुणे कितों परते ने, किसी होर दुनिया विच गए सी, हुणे हुणे वापसी हुई है। सब कुछ ताज़ा ताज़ा उन्हां दी जिंदगी दा महसूस हो रहा है। ते माँ ने पूछया फरीद अज शक्कर नहीं चुकी, अज मुसला नहीं चुकया? ते बाबे फरीद ने कहा माँ अज इस शक्कर की लोड़ नहीं रही, खुदा ने मैनू अंदरों शक्कर दे दी है, कोई नहीं जरूरत अज इस शक्कर की, अज मैं इस तो अगे चला गया। मैं बेनती कर रहा सा जिन्ना बंदा उदार है रब दे सुभाअ नाल उहदा मेल बन जाता है। तां सतगुरु ने कहा, क्योंकि पहले दो जिहड़े उपरले शब्द ने अगंजे ते अपंजे कल आपां व्याख्या कर चुके हैं। अज हजूर ने परत के इन्हां नूं दोहराया ते बचन कीता, कहंदे नमस्तं उदारे। उदारे दा मतलब है भोला। कबीर जी ने फिर बचन कीता, किसी ने पूछया भगती दा राज की है, तरीका की है, जुगत की है? ते कबीर साहब ने बचन कीते, कहंदे कहो कबीर भगत कर पाया। भगती तां कीती, पर यह तां दसो किवें कीती, किवें चौंकड़ा मारिया, किवें कीता कम? ते उन्हां अगली पंक्ति कह दी, कहन लगे भोले पाए मिले हर राया। भोले पाए सीधा सुभाव। इस तरह जिन्ना व्यक्ति बिल्कुल सीधा हो जाए, वो मंगे ही ना कुछ रब तो, की चाहिदा है, की जरूरत है, की लोड़ है मनुख नूं? सब कुछ ही तो उहदा है। जिदन बंदे विच बच्चे वाली बिरती पैदा हो जाए, पायो बाल बुद्ध सुख रे। गुरु अर्जन देव सच्चे पातशाह जी कहंदे बच्चे दा यह सुभाअ है बिल्कुल उधार। सतगुरु कलगीधर पातशाह दे चरनां विच एक बहुत उस वेले दा वड्डा मन्निया होया विद्वान आउंदा है। बड़े पढ़े सन, छोटी मोटी गल नहीं। भाई नंद लाल जी, विद्या की कमी कोई नहीं सी। फारसी दे विद्वान, अरबी दे विद्वान, ब्रिज भाषा, संस्कृत, किहड़ी चीज़ सी जिहड़ी उन्हां तो लुक गई? जे जांदे ने कुरान वल ते ऐतां दे बड़े अजीब अर्थ उन्हां दी रसना तो निकली जांदे ने।
जे वेदां वल तुरदे ने उन्हां विच उन्हां दी बड़ी मुहारत है। सतगुरां कोल आ गए, हजूर दे चरनां विच आ गए, कई दिन रहे, सतगुरां ने वेख्या काबल बहुत ने, बड़ी विद्या इन्हां कोल। ते एक दिन सतगुरां दे कोल, क्योंकि हजूर ने कहा सी तुसीं साडे नाल रिहा करो, एक गल उन्होंने बड़ी हैरानगी नाल वेखी भी जिहड़ा बंदा आउंदा है वो होर कुछ नहीं मंगदा, वो कहंदा है जी सिੱਖੀ दा दान दिओ। कई दिन जदों सुनिया तो विद्वान सन, मन विच एक गल पैदा हो गई भी ये सिੱਖੀ चीज़ की है जिन्हों वार वार ये 100 मील तो बंदे आउंदे कहंदे सिੱਖੀ दे दिओ। बैठा रहा, एक दिन उन्हें भी गल कह दी कलगीधर पातशाह के चरणों में, कहते सतगुरु मैनू भी आ सिੱਖੀ दे दिओ, मैनू भी आ विद्या बख्श दिओ जिहड़ी ये मंगते ने, मैं भी कोई गल करा इस तरह की। सतगुरां ने कहा इत्थे नहीं, अजे थोड़ा जिहा कम करन वाला है, रहिंदा कुछ, इत्थे मैं तेनू समझा नहीं सकांगा, तू आप काम कर थोड़ा जिहा। किहड़ा? कहन लगे सामने वेख लंगर चल रहा है, उत्थे भांडियां दी सेवा कर, उत्थे लंगर दी सेवा कर। जदों तू उत्थे भांडियां दी सेवा करेगा, अज तक तू वो ज्ञान पढ़िया जिहड़ा किताबां विचों आउंदा है। सज्जणा जिदन भांडे मांजेगा, ज्यों ज्यों भांडे साफ होणगे तेरे अंदरली किताब खुलदी जाएगी, तेरे अंदरला ज्ञान खुलता जाएगा। वेखी फिर पढ़ के, फिर तू मैनू आके दसी भी बाहरलियां किताबां विचों की मिलता है ते अंदरली किताब विचों की मिलता है। ज्ञान ते चंगा है, बाहरले लोकां नू समझाउण लई बाहरला ज्ञान चाहीदा है, पर बाहरला कला ज्ञान बंदे नू सुका दिंदा है, दुखी कर दिंदा है, उहदे अंदर रस नहीं पैंदा। वो सच बारे जान जान के सच्चा होने का यतन करता रहिंदा है, सच बारे पढ़ पढ़ के सच्चार बनन का यतन करता रहिंदा है, पर सच्चा नहीं हो सकता इस तरह, क्योंकि सच्चा तां होवेगा जे सच्चे नाम नाल जुड़ेगा। ते नाम दी गल बंदे दे अंदर है। जा कर सेवा भांडियां दी, सेवा कीती भाई नंद लाल जी ने, कई दिन सेवा करते रहे। एक दिन करदियां करदियां अंदर तक गल चली गई, रहमत कीती कलगीधर पातशाह ने, अंदरली विद्या हथ विच आउण लग पई, अंदरला ज्ञान सामने आउण लग पिया, जिन्हों गुरु नानक देव सच्चे पातशाह जी ने कहा ज्ञान खंड मैं ज्ञान प्रचंड, तिथै नाद विनोद कोड आनंद। हुण ज्ञान होवे ते आनंद होवे, दो चीज़ां इकट्ठियां नहीं हुंदियां। तुसीं वेखो ना, जिथे ज्ञान मिलदा है उत्थे मत्थे थके हुए हुंदे ने, उत्थे दिमाग थक जांदा बंदे दा। पर यह सतगुरु किवें दा ज्ञान है जिथे तिथै नाद, जिहड़े ज्ञान दे नाल संगीत भी हुंदा है, साज भी वजदे ने। विनोद, विनोद दा अर्थ है खुशियां। कोड, कोड दा अर्थ है तमाशे। आनंद दा अर्थ है खुशी। वो भी ज्ञान है कोई जिहदे विच खुशियां ने, जिहदे विच अकेवा नहीं, जिहदे विच बंदा सड़दा बलदा नहीं तो आम तौर पर ज्यों ज्यों अखरां की भरमार हुंदी बंदे की खोपरी विच, लोग कहंदे ने ज्ञानवान बड़ा है, घर दे कहंदे ने किसी नूं नेड़े नहीं बहण दिंदा। गल बड़ी उल्ट हो जाती है। ये किवें दा ज्ञान है? लोग कहंदे जी कृपा बड़ी है, ज्ञान बड़ा है, ते जेड़े कोल रहन वाले ने कहंदे जी सेक पैंदा जे दूरों लंघिओ, कोई हाल नहीं, शब्द भी गर्म, गल्लां भी गर्म। की होया? अखरां ते बहुता विश्वास कर लिया, गुरु ते विश्वास घट कीता। सतगुरु ने क्या ज्ञान ऐसा है कि जेड़ा बंदे नूं आनंद विच लैके जाए। भाई साहब ने सेवा कीती ते सतगुरां ने एक दिन बुला लिया, कहन लगे नंद लाल जी हुण सेवा दी लोड़ नहीं, हुण कलम फड़ो ते कागज फड़ो, हुण तुहाडा काम बदल गया, हुण तुहाडी सेवा बदल गई। याद रखना हर एक चीज़ की कैपेसिटी हुंदी है।
ਜਦੋਂ ਉਹਨੂੰ ਜ਼ਿਆਦਾ ਕਰੋਗੇ ਉਹਦੇ ਅਸਰ ਗਲਤ ਹੋ ਜਾਣਗੇ। ਖਿਆਲ ਰੱਖਣਾ, ਬਹੁਤੀ ਚੀਜ਼ ਕੋਈ ਵੀ ਚੰਗੀ ਨਹੀਂ। ਹਰ ਇੱਕ ਕੰਮ ਦੀ ਕਪੈਸਿਟੀ, ਜੇ ਤੁਸੀਂ ਉਹਨੂੰ ਹੱਦੋਂ ਵੱਧ ਕੀਤਾ ਉਹ ਗਲਤ ਵੀ ਹੋ ਸਕਦੀ ਹੈ। ਤੁਸੀਂ ਵੇਖੋਗੇ ਅੱਜ ਕੁਝ ਆਦਮੀ ਨੇ ਕੱਲੀ ਸੇਵਾ ਤੇ ਦਿਨ ਰਾਤ, ਕੁਝ ਕੱਲਾ ਜਪੀ ਆਉਂਦੇ ਨੇ, ਕੁਝ ਕੱਲਾ ਦਾਨ ਕਰੀ ਆਉਂਦੇ ਨੇ। ਇਹਦੇ ਕੀ ਅਰਥ ਹੁੰਦੇ ਨੇ? ਬਹੁਤੀ ਸੇਵਾ ਕਰੇਗਾ ਤੇ ਭਾਗ ਬਹੁਤੇ ਬਣਨਗੇ। ਖਿਆਲ ਰੱਖਣਾ, ਸੇਵਾ ਬਹੁਤੀ ਹੈ ਤੇ ਉਹਦੀ ਜਿਹੜੀ ਹੈ ਨਾ ਕਪੈਸਿਟੀ ਮਾਇਆ ਦੀ ਬੜੀ ਵੱਧ ਜਾਏਗੀ। ਸੇਵਾ ਵਿੱਚ ਇਹ ਸ਼ਕਤੀ ਹੈ, ਸੇਵਾ ਕਰਕੇ ਦੇਖ ਲਓ, ਮਾਇਆ ਦੀ ਕਪੈਸਿਟੀ ਵੱਧ ਜਾਏਗੀ। ਪਰ ਕੱਲੀ ਸੇਵਾ ਕਰੀ ਗਿਆ ਭੰਡਾਰ ਅੰਦਰ ਹੋ ਗਿਆ ਇਕੱਠੇ, ਅੱਗੋਂ ਮਿਲ ਗਿਆ ਇੱਕਦਮ ਰਾਜ। ਹੁਣ ਗੁਰੂ ਦੀ ਮੱਤ ਲਈ ਨਹੀਂ ਸੀ, ਕੱਲੀ ਸੇਵਾ ਕੀਤੀ, ਤਾਕਤ ਮਿਲ ਗਈ, ਰਾਜ ਮਿਲ ਗਿਆ, ਮੱਤ ਕੋਲ ਹੈ ਨਹੀਂ ਸੀ ਵੀ ਇਹਦੀ ਵਰਤੋਂ ਕਿਵੇਂ ਕਰਨੀ ਹੈ। ਉੱਥੋਂ ਹੀ ਪਾਪੀ ਪੈਦਾ ਹੁੰਦੇ ਨੇ, ਉੱਥੇ ਹੀ ਦੁਸ਼ਟ ਪੈਦਾ ਹੁੰਦੇ ਨੇ। ਯਾਦ ਰੱਖਣਾ, ਔਰੰਗਜ਼ੇਬ ਕੋਈ ਆਮ ਆਦਮੀ ਨਹੀਂ ਸੀ। ਕਿਤੇ ਨਾ ਕਿਤੇ ਉਹਦੀ ਬੈਕ ਸਾਈਡ ਵਿੱਚ ਕਿਤੇ ਨਾ ਕਿਤੇ ਕੋਈ ਮੁਸ਼ੱਕਤ ਪਈ ਹੋਈ ਸੀ, ਜਿਹਨੇ ਉਹਨੂੰ ਇੰਨਾ ਵੱਡਾ ਰਾਜ ਦੇ ਦਿੱਤਾ, ਇੰਨੀ ਵੱਡੀ ਸ਼ਕਤੀ ਦੇ ਦਿੱਤੀ। ਨਹੀਂ ਤੇ ਬੰਦਾ 2 ਦਿਨਾਂ 'ਚ ਘਸ ਕੇ ਥੱਲੇ ਡਿੱਗ ਪੈਂਦਾ। ਇਹ ਕਿੱਥੋਂ ਮਿਲਿਆ? ਜ਼ਰੂਰ ਕਿਤੇ ਨਾ ਕਿਤੇ ਦਾਨ ਪਰਾ ਪੁਰਬੇਨ ਪੁਚੰਤੇ ਮਹੀਪ ਤੇ ਵਿਪਰੀਤ ਬੁੱਧਿਅੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਤੇ। ਹਰ ਇੱਕ ਚੀਜ਼ ਦੀ ਹੱਦ ਹੁੰਦੀ। ਸਤਿਗੁਰਾਂ ਨੇ ਕਿਹਾ ਹੁਣ ਸੇਵਾ ਨਹੀਂ, ਕਲਮ ਫੜ। ਹੁਣ ਕਲਮ ਦੇ ਨਾਲ ਸਿੱਖੀ ਦੀ ਵਿਆਖਿਆ ਕਰ। ਤੂੰ ਆਪ ਹੰਢਾ ਕੇ ਵੇਖ ਲਈਏ, ਤੂੰ ਆਪ ਸਿੱਖੀ ਦੀ ਵਿਆਖਿਆ ਕਰ ਦਿੱਤੀ ਏ। ਕਦੋਂ ਭਾਈ ਨੰਦ ਲਾਲ ਜੀ ਸਿੱਖ ਬਣੇ, ਸਿੱਖੀ ਪ੍ਰਾਪਤ ਹੋਈ? ਜਦੋਂ ਅੰਦਰ ਉਧਾਰ ਹੋ ਗਿਆ, ਅੰਦਰ ਬਿਲਕੁਲ ਸਿੱਧਾ ਹੋ ਗਿਆ। ਤੇ ਇਸ ਦੇਸ਼ ਦੇ ਜਿਹੜੇ 3 ਦੇਵਤੇ ਮੰਨੇ ਗਏ ਨਾ, 3 ਦੇਵਤੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਉਹਨਾਂ ਵਿੱਚੋਂ ਇੱਕ ਸ਼ਿਵ ਜੀ ਜਿਹੜਾ ਤੀਜਾ ਮਹੇਸ਼ ਜਿਹਨੂੰ ਕਹਿੰਦੇ ਨੇ, ਉਹਦਾ ਇੱਕ ਨਾਮ ਪਤਾ ਕੀ ਹੈ? ਉਹਨੂੰ ਕਹਿੰਦੇ ਨੇ ਭੋਲਾਨਾਥ। ਭੋਲਾ ਹੈ ਬਿਲਕੁਲ ਸਿੱਧਾ, ਉਹਨੂੰ ਭੋਲਾਨਾਥ ਕਹਿੰਦੇ ਨੇ। ਇਹ ਧਰਮ ਦਾ ਇੱਕ ਬੜਾ ਵੱਡਾ ਗੁਣ, ਭੋਲਾ ਸਿੱਧਾ ਸਾਦਾ ਸੁਭਾਅ ਹੋ ਜਾਣਾ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਹੈ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਮੈਂ ਮੱਥਾ ਟੇਕਣਾ, ਤੁਹਾਡੇ ਮੈਂ ਚਰਨਾਂ ਤੇ ਸਿਰ ਰੱਖਣਾ। ਕਿਉਂ? ਕਿਉਂਕਿ ਤੁਸੀਂ ਨਮਸਤੰ ਉਦਾਰੇ, ਸਿੱਧੇ ਸਾਦੇ ਬੜੇ ਹੋ। ਪਿਆਰ ਨਾਲ ਜਦੋਂ ਕੋਈ ਤੁਹਾਨੂੰ ਪੁਕਾਰਦਾ ਸਾਰਿਆਂ ਨੂੰ ਭੁੱਲ ਕੇ ਉਹਦੇ ਕੋਲ ਬਹਿ ਜਾਂਦੇ, ਉਹਦਾ ਕੰਮ ਕਰਨ ਵਾਸਤੇ ਦੌੜ ਪੈਂਦੇ ਹੋ। ਤੁਸੀਂ ਇਹ ਨਹੀਂ ਵਹਿੰਦੇ ਬਈ ਇਹ ਰਵਿਦਾਸ ਜੁੱਤੀਆਂ ਗੰਢਦਾ, ਮੈਂ ਇੰਨਾ ਵੱਡਾ ਰੱਬ ਇਹਦੀ ਜੁੱਤੀਆਂ ਵਾਲੀ ਦੁਕਾਨ ਤੇ ਜਾਵਾਂ। ਨਹੀਂ ਪਰਵਾਹ ਕਰਦੇ, ਤੁਹਾਨੂੰ ਕੋਈ ਚਿੰਤਾ ਨਹੀਂ ਰਹਿੰਦੀ, ਕਿਹਦੇ ਕੋਲ ਬਹਿ ਜਾਓ। ਤੁਹਾਡਾ ਕੰਮ ਹੀ ਬੜਾ ਹੋਰ ਤਰ੍ਹਾਂ ਦਾ ਹੈ। ਤੁਹਾਡੇ ਜੀਵਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੈ, ਤੁਹਾਡਾ ਕੋਈ ਪਤਾ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁਤਿਆਂ ਦੇ ਉਠਾਲ। ਬੜਾ ਅਜੀਬ ਹੈ ਰੱਬ। ਰਾਹ ਜਾਂਦਾ ਪਤਾ ਨਹੀਂ ਕਿਹਦੀ ਬਾਂਹ ਫੜ ਕੇ ਬਹਿ ਜਾਏ, ਆ ਮੇਰੇ ਨਾਲ ਗੱਲ ਕਰ। ਜਿਹੜੇ ਬੜੇ ਅਗਲੀ ਪੰਕਤੀ ਵਿੱਚ ਬੈਠੇ ਸਨ ਉਹਨਾਂ ਨੂੰ ਕਹਿ ਦੇ, ਜਾਓ ਤੁਸੀਂ ਕੰਮ ਕਰੋ, ਤੁਸੀਂ ਸੌਂ ਜਾਓ, ਅੱਜ ਮੇਰੇ ਕੋਲ ਵਕਤ ਨਹੀਂ। ਇਹ ਰੱਬ ਦੀਆਂ ਖੇਡਾਂ ਨੇ। ਉਹਦਾ ਪਤਾ ਨਹੀਂ ਕਿ ਪਿੱਛੇ ਬੈਠੇ ਨੂੰ ਆਵਾਜ਼ ਦੇ ਕੇ ਅੱਗੇ ਖਿੱਚ ਲੈ, ਅੱਗੇ ਵਾਲਿਆਂ ਨੂੰ ਪਿੱਛੇ ਕਰਦਾ। ਇਹ ਉਹਦੇ ਵਿੱਚ ਬੜੀ ਉਦਾਰਤਾ ਹੈ, ਬੜਾ ਬੇਅੰਤ ਤੇ ਖੇਡਦਾ ਜੂ ਹੋਇਆ, ਲੀਲਾ ਜੂ ਕਰਦਾ ਹੈ। ਬੇਅੰਤ ਹੈ, ਬੇਪਰਵਾਹ ਹੈ। ਕਦੀ ਕਬੀਰ ਦੀ ਖੱਡੀ ਕੋਲ ਜਾ ਕੇ ਬਹਿ ਜਾਂਦਾ ਹੈ, ਕਦੀ ਨਾਮਦੇਵ ਜੀ ਦੇ ਕੱਪੜੇ ਰੰਗਣ ਵਾਲੇ ਵੱਟ ਦੇ ਵਿੱਚ ਪਏ ਹੋਏ ਰੰਗ ਵਿੱਚ ਹੱਥ ਫੇਰਨ ਲੱਗ ਪੈਂਦਾ ਹੈ, ਕਦੀ ਬਾਬੇ ਫਰੀਦ ਕੋਲ ਜਾ ਕੇ ਬੈਠ ਜਾਂਦਾ ਹੈ, ਕਦੀ ਕਿਸੇ ਕੋਲ ਚਲਾ ਜਾਂਦਾ ਹੈ, ਕਦੀ ਧੰਨੇ ਭਗਤ ਜਿਹਨੂੰ ਕੁਝ ਨਹੀਂ ਸੀ ਆਉਂਦਾ, ਕਹਿੰਦੇ ਬਾਹਰੋਂ ਪੜ੍ਹਿਆ ਹੋਇਆ ਨਹੀਂ ਸੀ, ਕਦੀ ਉਹਦੇ ਘਰ ਚਲਾ ਜਾਂਦਾ। ਐਸਾ ਹੈ। ਉਸ ਨੂੰ ਕਲਗੀਧਰ ਪਾਤਸ਼ਾਹ ਜੀ ਇੱਥੇ ਬਿਆਨ ਕਰਦੇ ਹੋਏ ਕਹਿੰਦੇ, ਨਮਸਤੰ ਉਦਾਰੇ, ਬੜਾ ਉਦਾਰ ਹੈ।
ਤੇ ਸਾਨੂੰ ਇਹ ਦੱਸਿਆ, ਕਹਿੰਦੇ ਉਦਾਰ ਹੋ ਜਾਓ, ਸਾਦੇ ਹੋ ਜਾਓ, ਸਿੱਧੇ ਹੋ ਜਾਓ। ਹੁਣ ਇੱਥੇ ਇੱਕ ਹੋਰ ਮੈਂ ਗੱਲ ਸਾਂਝੀ ਕਰਾਂ, ਸਿੱਖ ਫਿਰ ਕੀ ਕਰੇ ਦੁਨੀਆ ਵਿੱਚ, ਤੇ ਉਦਾਰ ਬੰਦੇ ਦਾ ਹਾਲ ਹੀ ਕੋਈ ਨਹੀਂ, ਜਾਂਦੇ ਬੰਦੇ ਦੀ ਜੇਬ ਕੱਟ ਲੈਣਗੇ, ਉਹ ਕੀ ਕਰੇ। ਭਾਈ ਗੁਰਦਾਸ ਜੀ ਨੇ ਉਹਦਾ ਤਰੀਕਾ ਦੱਸਿਆ। ਉਹ ਕਹਿੰਦੇ ਨੇ ਗੁਰਸਿੱਖ ਅੰਦਰੋਂ ਸਿਆਣਾ ਇਸ ਤਰ੍ਹਾਂ ਦੀ ਅਵਸਥਾ ਵਿੱਚ ਰਹੇ, ਸਿਆਣਪ ਉਹਦੇ ਕੋਲ ਹੈ, ਉਹ ਇੱਕ ਕੰਮ ਕਰੇ ਕਿ ਸਿਆਣਪ ਗੁਰੂ ਅੱਗੇ ਨਾ ਵਰਤੇ, ਸੰਸਾਰ ਵਿੱਚ ਉਹਦੀ ਵਰਤੋਂ ਕਰ ਲਵੇ। ਇਹ ਖਿਆਲ ਰੱਖਣਾ ਜ਼ਰੂਰ। ਇਹਦੇ ਅਰਥ ਇਹ ਨਹੀਂ ਕਿ ਸੰਸਾਰ ਵਿੱਚ ਸਿਆਣਪ ਨਹੀਂ ਵਰਤਣੀ, ਨਹੀਂ, ਲੋਹੇ ਨੂੰ ਲੋਹਾ ਹੀ ਕੱਟੇਗਾ। ਜਿਹੜੇ ਲੋਕ ਗੱਲਾਂ ਨਾਲ ਕਾਬੂ ਨਹੀਂ ਆਉਂਦੇ, ਇੱਕ ਮੁਹਾਵਰਾ ਤੁਸੀਂ ਪੜ੍ਹਿਆ ਨਾ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਇਹ ਗੱਲ ਬਿਲਕੁਲ ਠੀਕ ਹੈ। ਇਹਦੇ ਅਰਥ ਇਹ ਨਾ ਕਰਨਾ ਗੁਰਸਿੱਖ ਭੋਲਾ ਹੈ, ਗੁਰੂ ਵਾਸਤੇ, ਸੰਸਾਰ ਵਾਸਤੇ ਨਹੀਂ ਹੈ, ਚੇਤੇ ਰੱਖਣਾ। ਇੱਕ ਉਹਦੇ ਅੰਦਰ ਸਿਸਟਮ ਬਣ ਗਿਆ, ਤਰੀਕਾ ਬਣ ਗਿਆ, ਭਾਵੁਕ ਹੈ ਗੁਰੂ ਵਾਸਤੇ, ਸਾਰਿਆਂ ਵਾਸਤੇ ਨਹੀਂ ਹੈ, ਦੁਸ਼ਟਾਂ ਵਾਸਤੇ ਨਹੀਂ ਹੈ ਉਹ ਭਾਵੁਕ। ਜਿਵੇਂ ਇੱਕ ਇਸਤਰੀ ਹੈ, ਉਹਦਾ ਸੰਬੰਧ ਆਪਣੇ ਪਤੀ ਨਾਲ ਜਿਵੇਂ ਦਾ ਹੈ, ਦੂਜਿਆਂ ਨਾਲ ਨਹੀਂ ਹੈ। ਇਹ ਸਿਸਟਮ ਉਹਦੇ ਵਿੱਚ ਆਪਣੇ ਆਪ ਪੈਦਾ ਹੋ ਜਾਂਦਾ, ਉਹਨੂੰ ਦੱਸਣਾ ਨਹੀਂ ਪੈਂਦਾ। ਇਸ ਤਰ੍ਹਾਂ ਦਾ ਉਦਾਰ ਚਿੱਤ ਹੈ ਪਰਮਾਤਮਾ, ਜਿਹਨੂੰ ਸਤਿਗੁਰੂ ਕਹਿੰਦੇ ਨਮਸਤੰ ਉਦਾਰੇ। ਫਿਰ ਅਗਲਾ ਗੁਣ ਉਹਦਾ ਬਿਆਨ ਕੀਤਾ, ਕਹਿਣ ਲੱਗੇ ਨਮਸਤੰ ਅਪਾਰੇ, ਤੈਨੂੰ ਨਮਸਕਾਰ ਹੈ। ਅਪਾਰੇ ਦਾ ਮਤਲਬ ਜਿਹਦਾ ਪਾਰਲਾ ਕੰਢਾ, ਪਾਰਲਾ ਪਾਸਾ ਨਹੀਂ ਲੱਭਦਾ, ਤਾਂ ਉਹਨੂੰ ਗੁਰਬਾਣੀ ਵਿੱਚ ਸ਼ਬਦ ਨਾਮ ਦਿੱਤਾ ਗਿਆ। ਬ੍ਰਹਮ ਤੇ ਪਾਰ ਬ੍ਰਹਮ ਦੋ ਸ਼ਬਦ ਵਰਤੇ ਗਏ ਨੇ। ਅਸੀਂ ਕਹਿੰਦੇ ਹਾਂ ਸਾਰਿਆਂ ਵਿੱਚ ਰੱਬ ਹੈ, ਸਾਰਿਆਂ ਵਿੱਚ ਉਹਦੀ ਜੋਤ ਹੈ, ਉਹ ਬ੍ਰਹਮ ਹੈ, ਕੱਲਾ ਬ੍ਰਹਮ। ਪਰ ਪਾਰ ਬ੍ਰਹਮ ਉਹਦੇ ਵਿੱਚ ਨਹੀਂ, ਪਾਰ ਬ੍ਰਹਮ ਉਹਦੇ ਤੋਂ ਪਾਰ ਖੁੱਲ੍ਹਾ ਹੈ, ਸਾਰੇ ਸਪੇਸ ਵਿੱਚ। ਇਸ ਲਈ ਕਹਿੰਦੇ ਨੇ ਰੱਬ ਦਾ ਇੱਕੋ ਹੀ ਕੰਢਾ ਹੈ। ਆਮ ਦਰਿਆਵਾਂ ਦੇ ਦੋ ਕੰਢੇ ਹੁੰਦੇ ਨੇ, ਆਮ ਸਮੁੰਦਰਾਂ ਦੇ ਦੋ ਕੰਢੇ ਨੇ। ਤੁਸੀਂ ਇੱਕ ਕੰਢੇ ਤੋਂ ਵੜੋਗੇ, ਉਹਨੂੰ ਪਾਰ ਕਰੋ, ਦੂਜੇ ਕੰਢੇ ਤੋਂ ਨਿਕਲ ਜਾਓਗੇ। ਪਰ ਅਕਾਲ ਪੁਰਖ ਦੇ ਕੰਢੇ ਦੋ ਨਹੀਂ, ਉਹਦਾ ਇੱਕੋ ਹੀ ਕੰਢਾ ਜਿਹਦੇ ਵਿੱਚੋਂ ਆਦਮੀ ਵੜਦਾ ਹੈ, ਨਿਕਲਣ ਵਾਲਾ ਕੰਢਾ ਆਉਂਦਾ ਹੀ ਨਹੀਂ, ਉਹ ਹੈ ਹੀ ਨਹੀਂ। ਇਸ ਲਈ ਪਾਰ ਤੋਂ ਰਹਿਤ ਹੈ। ਪਾਰ ਦਾ ਮਤਲਬ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਕੋਈ ਅੰਤ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਭਾਉ, ਮਸੂ ਟੋਟ ਨਾ ਆਵਈ, ਲੇਖਣ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੈ, ਹੋਂ ਕੇ ਵਡਿਆਖਾ ਨਾਮ। ਉਹਦਾ ਕੋਈ ਅੰਤ ਨਹੀਂ। ਫਿਰ ਬਚਨ ਕੀਤਾ, ਕਹਿੰਦੇ ਪੰਖੀ ਹੋਇ ਕੈ ਜੇ ਭਵਾਂ, ਸੈ ਅਸਮਾਨੀ ਜਾਉ, ਨਦਰੀ ਕਿਸੈ ਨ ਆਵੋ, ਨਾ ਕਿਛ ਪੀਆ ਨ ਖਾਓ, ਵੀ ਤੇਰੀ ਕੀਮਤ ਨਾ ਪਵੈ, ਹੋ ਕੇ ਵਡ ਆਖਾ ਨਾਉ। ਨਮਸਤੰ ਅਪਾਰੇ, ਕੋਈ ਅੰਤ ਨਹੀਂ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਨਮਸਤੰ ਅਪਾਰੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। ਨਮਸਤੰ ਅਪਾਰੇ, ਕੋਈ ਪਾਰ ਨਹੀਂ ਉਸਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਨਮਸਤੰ ਅਪਾਰੇ। ਇਹ ਮੈਂ ਗੱਲਾਂ ਜੋੜ ਕੇ ਤਾਂ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਸੱਜਣਾਂ ਨੂੰ ਕਿਤੇ ਪਤਾ ਲੱਗ ਜਾਏ ਜਿਹੜੇ ਕਹਿੰਦੇ ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ। ਫਿਰ ਗੁਰਬਾਣੀ ਇਸ ਜਾਪ ਸਾਹਿਬ ਦੀ ਵਿਆਖਿਆ ਕਰ ਰਹੀ ਹੈ, ਇਹਨੂੰ ਖੋਲ ਖੋਲ ਕੇ ਦੱਸ ਰਹੀ ਹੈ ਕਿਉਂ ਹੈ ਇਹ ਜੋੜ,
समझ लेना चाहिए है। अगे बचन 9वें छंद विच करदे कहंदे नमस्तंग सो एक है, ते गुरु नानक साहब ने क्या एको है भाई एको है, साहिब मेरा एको है, नमस्तंग सो एक है, एक है। ते गुरु ग्रंथ साहब सच्चे पातशाह जी की बाणी भावें वर्ण विच लिखी गई है, अखरां विच लिखी गई, पर उसकी शुरुआत होंदी है गणित दे एके तो, मैथ दे एक तो शुरू होंदी है। इस करके वखरा नहीं कुछ। सतगुरु कहंदे तू एक है, तेरे तो बिना होर कोई नहीं। ते जिस नूं बनाया गुरु कलगियां वाले ने, उन्हें खालसा जिन्हों क्या, किसे पुछया सी खालसा कोई वखरा बनाया तुसी किवें दा है, कहन लगे वखरा नहीं है, तो शरीर धारी हुई, पर ਉਹਦੇ ਵਿੱਚ मैं एक गुण भर दिता है। ਕਿਹੜਾ? ਕਹਿੰਦੇ मैं ਉਹਨੂੰ ਸਿੱਧਾ ਰੱਬ ਨਾਲ ਜੋੜ ਦਿੱਤਾ, ਉਹ ਇੱਕ ਤੋਂ ਬਿਨਾ ਕਿਸੇ ਨਾਲ ਜੁੜਦਾ ਨਹੀਂ। ਉਹਦੇ ਵਿੱਚ ਇਹ ਗੁਣ ਹੈ ਨਮਸਤੰ ਸੋ ਇੱਕ ਹੈ, ਉਹ ਇੱਕ ਨਾਲ ਜੁੜਿਆ ਹੈ। नहीं बालदा दीवा मड़ियां ते, नहीं यात्रावां ते रखदा बहुता विश्वास, सिर्फ गुरु कोल जांदा है अपनी प्रेम भेटा यात्रा करन वास्ते। ओदी जिंदगी विच कोई तीरथ वर्त नेम श्राद कोई काम नहीं, ओदे जीवन विच ते इको प्रेम है जिन्नू हजूर कहंदे पूरन जोत जपै निसुबासर, एक बिना मन नैक नायानै, पूरन प्रेम प्रतीत सजै व्रत गोर मड़ी मठ भूल ना मानै। इन्हां नूं ओ दिल विच मन विच नहीं लिआउंदा, एक नूं प्यार करदा है जां एक नूं प्यार करदा है सिद्धा। ये तीन रूप दिते ने सानू कलगियां वाले ने। इत्थे मैं कहना ना भुल्लां भी किते सिख इन्ना भी हंकारी ना हो जाए भी साध संगत नूं मनना भी छड्डदा है। एक निराकार ओदा पुजारी है, फिर एक दे शब्द नूं मनदा है, गुरु ग्रंथ साहिब नूं मनदा है, फिर एक नाल जुड़न वालियां नूं प्यार करदा है, उन्हां दा सत्कार करदा है। तीन चीज़ां जोड़ दित्तियां, 3 फेस, तां चलेगी ये मोटर, तां कढेगी पानी। एक एक फेस ते बड़ियां घोला है, फिर खड़ी हुई है, आवाज़ जरूर आउंदा रहिंदा। एक ना रखना, सीधा एक नाल नहीं जुड़ सकोगे, सच है नहीं जुड़ोगे। विच तुहानू शब्द चाहिदा, नाम चाहिदा, ते विच तुहानू साध संगत चाहिदी। तीन चीज़ां चाहिदियां ने। गल साफ है, कोई साडा एक प्रयोजन है, असीं किसी ग्रुप नूं खुश नहीं करना, गुरु ग्रंथ साहिब नूं खुश करना है, ये प्रयोजन है। इस करके तिन्ने जरूरी ने, गुरमुख स्यों कर दोस्ती, सतगुर स्यों लाए चित। ਉਹਦੇ ਤੋਂ ਅੱਗੇ ਆਏਗਾ एक किधर एक ਦੀ ਗੱਲ ਕਰਦਾ ਫਿਰਨਾ, ਕਦੀ ਨੇੜੋਂ ਤੇ ਲੰਘਿਆ नहीं, निराकार है, सुगंधी वर्गा है, बड़ी दूर है। इसलिए कलगियां वाले ने क्या नमस्कार है तेनू, कौन तू एक है, नमस्तंग सो एक है। फिर एक होर गल कही, कहंदे नमस्तंग अनेक है, नमस्कार है तेनू, एक पासे तू एक है, ते एक पासे वखरियां वखरियां शरीरां दे विच भी तू अनेक बन के बैठा होया, सारियां विच पूरा ही है। जिन्हों गुरु अर्जन देव जी ने क्या हब समाणी जोत, ज्यों जल घटाऊ चंद्रमा। एक दिन अगे शायद उदाहरण दिती सी, तुसी बाहर पूर्णमाशी दी रात नूं बाहर खुले मैदान विच 10 भांडे रख दिओ, खुले होण, तुसी जिन्हां नूं बठल कहंदे हो, जो मर्जी कह लो, 10 भांडे रख दिओ, उत्थे 11 रख दिओ, उत्ते चढ़िया होवे चंद्रमा आकाश विच, पानी नाल उन्हां नूं भर दिओ,
ਤੇ ਵੇਖਣ ਵਾਲਾ ਵੇਖੇ ਚੰਗੀ ਤਰ੍ਹਾਂ। ਜੇ ਭਾਂਡਿਆਂ ਵੱਲ ਵੇਂਦਾ ਹੈ ਤੇ ਇੱਕ ਭਾਂਡੇ ਵਿੱਚ ਇੱਕ ਚੰਦਰਮਾ, ਦੂਜੇ ਵਿੱਚ ਦੂਜਾ, ਤੀਜੇ ਵਿੱਚ ਤੀਜਾ, ਚੌਥੇ ਵਿੱਚ ਚੌਥਾ। ਹੈਰਾਨ ਹੋ ਗਿਆ, ਇੰਨੇ ਚੰਦਰਮਾ ਕਿੱਥੋਂ ਆ ਗਏ? ਜੇ ਉੱਪਰ ਵੇਖਦਾ ਤੇ ਉਹ ਚੰਦਰਮਾ ਇੱਕੋ ਹੀ ਹੈ। ਫਿਰ ਕਿਸੇ ਨੇ ਦੱਸਿਆ, ਸਜਣਾ ਉਹ ਉੱਤੇ ਵੀ ਹੈ ਤੇ ਪਾਣੀ ਵਿੱਚ ਉਹਦਾ ਪਰਛਾਵਾਂ ਉੱਥੇ ਵੀ ਹੈ, ਦੋਵਾਂ ਥਾਵਾਂ ਤੇ। ਇੱਥੇ ਪਰਛਾਵਾਂ ਪੈ ਰਿਹਾ। ਹਾਂ, ਉਹ ਚੰਦਰਮਾ ਉੱਤੇ ਹੈ। ਪਾਣੀ ਨੂੰ ਹਿਲਾ, ਪਾਣੀ ਹਿੱਲਿਆ, ਚੰਦਰਮਾ ਦੇ ਕਈ ਟੁਕੜੇ ਹੋ ਗਏ। ਜਿਹੜਾ ਪਾਣੀ ਵਿੱਚ ਸੀ, ਪਾਣੀ ਹਿੱਲ ਗਿਆ ਨਾ, ਲਹਿਰਾਂ ਆਈਆਂ। ਕਹਿੰਦੇ ਹੁਣ ਉੱਤੇ ਵੇਖ, ਉੱਪਰਲਾ ਵੀ ਹਿੱਲਦਾ, ਉਹ ਨਹੀਂ ਹਿੱਲਦਾ, ਪਾਣੀ ਵਾਲਾ ਹਿੱਲਦਾ ਹੈ। ਹੁਣ ਇੱਕ ਹੋਰ ਕੰਮ ਕਰ, ਇੱਕ ਮਿੱਟੀ ਦੀ ਮੁੱਠ ਫੜ ਕੇ ਇੱਕ ਭਾਂਡੇ ਵਿੱਚ ਪਾ ਦੇ। ਜਦੋਂ ਮਿੱਟੀ ਘੋਲੀ ਪਾਣੀ ਵਿੱਚ, ਚੰਦਰਮਾ ਮੈਲਾ ਹੋ ਗਿਆ, ਲੱਗ ਗਿਆ। ਉਹ ਕਹਿੰਦਾ ਉੱਤੇ ਝਾਤੀ ਮਾਰ ਕੇ ਵੇਖ, ਉੱਤੇ ਵਾਲੇ ਚੰਦਰਮਾ ਨੂੰ ਮੈਲ ਲੱਗੀ ਏ, ਉਹ ਨਹੀਂ ਮੈਲਾ ਹੁੰਦਾ। ਇਸ ਤਰ੍ਹਾਂ ਸਾਰਿਆਂ ਵਿੱਚ ਉਹ ਸਮਾਇਆ ਹੋਇਆ ਹੈ, ਸਾਰਿਆਂ ਸਰੀਰਾਂ ਦੇ ਵਿੱਚ ਹੈ। ਸਰੀਰ ਤ੍ਰਿਸ਼ਨਾ ਨਾਲ ਮੈਲੇ ਹੋ ਜਾਂਦੇ ਨੇ, ਸਰੀਰ ਵਾਸ਼ਨਾ ਨਾਲ, ਹੰਕਾਰ ਨਾਲ ਮੈਲੇ ਹੋ ਜਾਂਦੇ ਨੇ। ਵਿੱਚ ਬੈਠਾ ਰੱਬ ਮੈਲਾ ਨਹੀਂ ਹੁੰਦਾ, ਉਹ ਇਹਨਾਂ ਤੋਂ ਪਾਰ ਹੈ। ਤੇ ਜਿੱਦਣ ਉਹਦੇ ਨਾਲ ਜੁੜ ਗਈ ਤਾਰ, ਫਿਰ ਉਹ ਵੀ ਬੰਦਾ ਮੈਲਾ ਨਹੀਂ ਹੁੰਦਾ। ਇਸ ਤਰ੍ਹਾਂ ਉਹ ਜਲ ਘਟਾਊ ਦੇ ਅਰਥ ਨੇ, ਘਟਾਊ ਦੇ ਅਰਥ ਨੇ ਘਟ, ਘੜਾ। ਸਾਰਿਆਂ ਸਰੀਰਾਂ ਦੇ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਹੈ, ਜਿਹਨੂੰ ਕਲਗੀਆਂ ਵਾਲੇ ਕਹਿੰਦੇ ਨਮਸਤੰ ਅਨੇਕੈ, ਜਿਹਨੂੰ ਭਗਤ ਜੀ ਕਹਿੰਦੇ ਏਕ ਅਨੇਕ ਵਿਆਪਕ ਪੂਰਨ, ਜਤ ਦੇਖੋ ਤਤ ਸੋਈ। ਸੂਤ ਏਕ ਮਣ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪ੍ਰੋਤ ਪ੍ਰਭ ਸੋਈ। ਨਮਸਤੰ ਅਨੇਕੈ। ਮਾਲਾ ਦੇ ਮਣਕੇ ਕਿੰਨੇ ਨੇ? ਵੇਖੋ ਧਿਆਨ ਨਾਲ। ਧਾਗੇ ਕਿੰਨੇ ਨੇ? ਇੱਕ ਹੈ। ਮਣਕੇ 100 ਵੀ ਹੋ ਸਕਦੇ, ਧਾਗੇ 100 ਨਹੀਂ, ਧਾਗਾ ਇੱਕੋ ਹੀ। ਇਹ ਜਿੰਨੇ ਜੀਵ ਨੇ ਸਾਰੇ ਮਣਕਿਆਂ ਵਰਗੇ ਨੇ, ਧਾਗਾ ਵਿੱਚ ਇੱਕੋ ਹੀ ਚੱਲ ਰਿਹਾ ਸਾਰੇ। ਜਿੱਦਣ ਉਹ ਧਾਗਾ ਹੱਥ ਵਿੱਚ ਆ ਗਿਆ, ਸਰੀਰ ਵੱਖਰੇ ਨਹੀਂ ਦਿਸਣਗੇ। ਇਸ ਲਈ ਕਹਿੰਦੇ ਨਮਸਤੰ ਸੋ ਏਕੈ, ਨਮਸਤੰ ਅਨੇਕੈ। ਫਿਰ ਬਚਨ ਕੀਤਾ ਨਮਸਤੰ ਅਭੂਤੇ, ਨਮਸਤੰ ਅਜੂਪੇ। ਕਹਿੰਦੇ ਹਨ ਭੂਤ, ਕਹਿੰਦੇ ਨੇ ਤਤ ਨੂੰ, ਭੂਤ ਕਹਿੰਦੇ ਨੇ ਬੁੱਤ ਨੂੰ, ਹੋਂਦ ਨੂੰ। ਜਿਵੇਂ 5 ਤੱਤ ਨੇ ਨਾ, ਉਹਨਾਂ ਨੂੰ ਕਹਿੰਦੇ 5 ਭੂਤ। ਆ ਦੂਜੇ ਭੂਤ ਨੇ ਜਿਹੜੇ ਭੂਤ ਪ੍ਰੇਤ, ਕਹਿੰਦੇ ਉਹ ਹੋਰ ਗੱਲ ਹੈ। ਪੰਜ ਭੌਤਿਕ, ਭੌਤਿਕਵਾਦੀ ਇੱਕ ਸਬਜੈਕਟ ਵੀ ਹੈ ਵਿਗਿਆਨ ਦਾ, ਭੌਤਿਕ ਵਿਗਿਆਨ। ਆ ਜਿਹੜਾ ਸਾਹਮਣੇ ਦਿਸ ਰਿਹਾ ਇਹਨੂੰ ਕਹਿੰਦੇ ਨੇ ਭੂਤ, ਭੌਤਿਕਵਾਦੀ ਹੈ। ਜਾਂ ਆਪਾਂ ਕਹਿੰਦੇ ਆ ਬੰਦਾ ਪਦਾਰਥਵਾਦੀ ਬਣ ਗਿਆ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਬੰਦਾ ਭੌਤਿਕਵਾਦੀ ਬਣ ਗਿਆ। ਇਹਦੇ ਅਰਥ ਨੇ ਬੰਦਾ ਭੂਤ ਬਣ ਗਿਆ, ਇਹ ਵੀ ਅਰਥ ਲਾ ਸਕਦੇ। ਤਾਂ ਭੂਤ ਜਿਹੜੇ ਨੇ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਸਤਿਗੁਰੂ ਸਾਰਾ ਸੰਸਾਰ ਤੱਤਾਂ ਦਾ ਬਣਿਆ ਹੈ। ਸਾਰੇ ਸਰੀਰ, ਆ ਬਨਸਪਤੀ, ਕੰਧਾਂ, ਚੰਦਰਮਾ, ਸੂਰਜ, ਇਹ ਤੱਤਾਂ ਨਾਲ ਬਣੇ ਹੋਏ ਨੇ। ਹਵਾ, ਆਕਾਸ਼, ਅਗਨੀ, ਪ੍ਰਿਥਵੀ, ਇਹ ਸਾਰੇ ਤੱਤ ਨੇ। ਪਰ ਤੂੰ ਇਹਨਾਂ ਤੱਤਾਂ ਨਾਲ ਨਹੀਂ ਬਣਿਆ, ਤੂੰ ਇਹਨਾਂ ਬਿਨਾਂ ਤੱਤਾਂ ਤੋਂ ਬਿਨਾਂ ਹੀ ਹੈ। ਤੇਰਾ ਇੱਕ ਤੱਤ ਹੈ, ਉਹ ਕਿਹੜਾ? ਨਾਮ। ਉਸ ਨਾਮ ਤੱਤ ਵਿੱਚੋਂ 5 ਤੱਤ ਪ੍ਰਗਟ ਹੋਏ ਨੇ। ਇਸ ਲਈ ਉਸ ਨੂੰ ਕਹਿੰਦੇ ਨਮਸਤੰ ਅਭੂਤੇ, ਤੂੰ ਤੱਤਾਂ ਤੋਂ ਬਾਹਰ ਹੈ। ਨਮਸਤੰ ਅਜੂਪੇ, ਅਜੂਪੇ ਕਹਿੰਦੇ ਨੇ, ਕਹਿਣ ਲੱਗੇ ਤੂੰ ਬੰਧਨਾਂ ਤੋਂ ਰਹਿਤ ਹੈ, ਤੈਨੂੰ ਮੈਲ ਨਹੀਂ ਲੱਗਦੀ, ਤੂੰ ਸਾਰਿਆਂ ਦੇ ਵਿੱਚ ਵੀ ਹੈ, ਪਾਪੀਆਂ ਵਿੱਚ ਵੀ ਰਹਿਣਾ ਹੈ, ਪਰ ਉਹਨਾਂ ਦੇ ਵਿੱਚ ਰਹਿੰਦਾ ਹੋਇਆ ਉਹਨਾਂ ਦੇ ਪਾਪ ਤੋਂ ਮੈਲਾ ਨਹੀਂ ਹੁੰਦਾ।
ਉਹਦੇ ਅਨੇਕਾਂ ਰੂਪ ਨੇ। ਜਿਵੇਂ ਇੱਕ ਰੂਪ ਉਹਦਾ ਉਜਵਲ ਹੈ, ਅਨੇਕ ਰੂਪ ਨੇ ਉਹਦੇ। ਬੰਦੇ ਕਈ ਤਰ੍ਹਾਂ ਦੇ ਨੇ। ਸ਼ਬਦ ਤੇ ਇੱਕੋ ਹੀ ਹੈ ਨਾ, ਬੰਦੇ ਕਈ ਤਰ੍ਹਾਂ ਦੇ, ਰੱਬ ਇੱਕੋ ਹੈ। ਤੇ ਬੰਦੇ ਵੱਖਰੇ ਵੱਖਰੇ ਦਿਮਾਗ ਵਾਲੇ, ਵੱਖਰੀ ਵੱਖਰੀ ਸੋਚ ਵਾਲੇ। ਉਹਦੇ ਉੱਤੇ ਉਹਨਾਂ ਦਾ ਕੋਈ ਬੈਕ ਪ੍ਰੈਸ਼ਰ ਨਹੀਂ, ਪ੍ਰਭਾਵ ਨਹੀਂ ਪੈਂਦਾ। ਅਗਲੇ 10ਵੇਂ ਸ਼ੰਤ ਵਿੱਚ ਕਿਰਪਾ ਕੀਤੀ। ਹਜ਼ੂਰ ਕਹਿੰਦੇ ਨਮਸਤੰ ਨਿਰਕਰਮੇ। ਇਹ ਜਿਹੜਾ ਸ਼ਬਦ ਆਏਗਾ ਨਾ, ਹੁਣ ਜਿਵੇਂ ਮੈਂ ਨਿਰਕਰਮੇ ਪੜ੍ਹਿਆ, ਇਹਦਾ ਸਰੂਪ ਤੁਸੀਂ ਥੋੜ੍ਹਾ ਜਿਹਾ ਸਮਝ ਲੈਣਾ, ਕਿਉਂਕਿ ਨਾਲ ਨਾਲ ਇਹਦੇ ਉਚਾਰਨ ਵੀ ਆਪਾਂ ਥੋੜ੍ਹੇ ਜਿਹਾ ਸ਼ੁੱਧ ਕਰ ਲਈਏ। ਇਹ ਜਿਹੜਾ ਸ਼ਬਦ ਹੈ ਨਰੇ ਕਰਮੇ, ਇਹ ਲਫ਼ਜ਼ ਇਸ ਤਰ੍ਹਾਂ ਕਿ ਨੰਨਾ ਹੈ, ਨੰਨੇ ਦੇ ਪੈਰ ਵਿੱਚ ਰਾਰਾ ਹੈ ਤੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ। ਕੱਕਾ ਰਾਰਾ ਤੇ ਮਮੇ ਨੂੰ ਲਾਂ ਹੈ। ਇਹਨੂੰ ਕਹਿੰਦੇ, ਇੱਥੇ ਯਾਦ ਰੱਖਣਾ, ਇਹਨੂੰ ਕਈ ਸੱਜਣ ਪੜ੍ਹਦੇ ਨੇ ਨਿਰਕਰਮੇ। ਉਹ ਨੰਨੇ ਨੂੰ ਸਿਹਾਰੀ ਲਾ ਦਿੰਦੇ ਤੇ ਰਾਰਾ ਵੱਖਰਾ ਪੜ੍ਹਦੇ। ਨਹੀਂ, ਇਸ ਤਰ੍ਹਾਂ ਨਹੀਂ ਪੜ੍ਹਨਾ ਇਹਨੂੰ। ਨਿਰਕਰਮੇ ਨਹੀਂ ਪੜ੍ਹਨਾ। ਨਿਰਕਰਮੇ ਤਾਂ ਹੋਵੇਗਾ ਜੇ ਨੰਨੇ ਨੂੰ ਸਿਹਾਰੀ ਹੋਵੇ ਤੇ ਰਾਰਾ ਅੱਗੇ ਵੱਡਾ ਲੱਗਾ ਹੋਵੇ, ਫਿਰ ਤੇ ਪੜਾਂਗੇ ਨਿਰਕਰਮੇ। ਪਰ ਇਹ ਪੈਰ ਵਿੱਚ ਅੱਧਾ ਰਾਰਾ। ਇੱਥੇ ਤੁਸੀਂ ਪਹਿਲਾਂ ਕੱਲਾ ਨੰਨਾ ਪੜ੍ਹਨਾ ਹੈ ਤੇ ਸਿਹਾਰੀ ਰਾਰੇ ਨੂੰ ਲਾਣੀ ਹੈ, ਜਿਹੜਾ ਪੈਰ ਵਿੱਚ ਹੈ। ਇਹਦੇ ਉਚਾਰਨ ਹੋਣਗੇ ਨਰੇ, ਯਾਨੀ ਕਿ ਰਾਰੇ ਨੂੰ ਸਿਹਾਰੀ ਲੱਗੇਗੀ। ਨੰਨਾ ਪਹਿਲਾਂ ਬੋਲਿਆ ਜਾਏਗਾ, ਰਾਰੇ ਨੂੰ ਸਿਹਾਰੀ ਲੱਗੇਗੀ। ਫਿਰ ਇਹਦੇ ਉਚਾਰਨ ਹੋਣਗੇ ਨਰੇ ਕਰਮੇ, ਨਰੇ ਭਰਮੇ, ਨਿਰਦੇਸ਼ੇ। ਜ਼ਿਆਦਾ ਵੀ ਨਹੀਂ ਨਰੇ ਕਰਨਾ, ਛੋਟਾ ਜਿਹਾ 50% ਇਹਨੂੰ ਬੋਲਣਾ। ਨਿਰਭੇਸੇ, ਨਿਰਨਾਮੇ, ਨਿਰਕਾਮੇ, ਨਿਰਧਾਤੇ, ਨਿਰਘਾਤੇ, ਨਿਰਧੂਤੇ। ਇਹ ਸਾਰੇ ਸ਼ਬਦ ਇਸ ਤਰ੍ਹਾਂ ਬੋਲਣੇ ਨੇ, ਬੜੀ ਵਾਰੀ ਆਉਣਗੇ। ਹਜ਼ੂਰ ਕਹਿੰਦੇ ਤੈਨੂੰ ਨਮਸਕਾਰ ਹੈ, ਤੂੰ ਨਰੇ ਕਰਮੇ ਹੈ। ਭਾਵ ਤੂੰ ਜਿਹੜੇ ਕੰਮ ਕਰਨਾ ਹੈ ਉਹਨਾਂ ਦਾ ਤੈਨੂੰ ਹੰਕਾਰ ਨਹੀਂ ਹੁੰਦਾ। ਜਿਹੜੇ ਕੰਮ ਕਰਨਾ ਹੈ ਨਾ, ਨਹੀਂ ਤੇ ਬੰਦੇ ਨੂੰ ਥੋੜ੍ਹਾ ਜਿਹਾ ਕੰਮ ਕਰਨ ਦੀ ਜਾਚ ਆ ਜਾਏ ਸਹੀ, ਉਹਦੀ ਪੂੰਛ ਹੀ ਵੱਖਰੀ ਹੋ ਜਾਂਦੀ ਦੂਜਿਆਂ ਨਾਲੋਂ। ਰੱਬ ਦੀ ਇਸ ਤਰ੍ਹਾਂ ਨਹੀਂ ਹੈ। ਅੱਜ ਜੇ ਇੱਕ ਬੰਦੇ ਨੂੰ 2 ਨਟ ਕੱਸਣ ਦੀ ਜਾਚ ਆ ਗਈ, ਦੂਜਾ ਸੱਦਣ ਵਾਸਤੇ ਗਿਆ, ਅੱਗੋਂ ਉਹਦਾ ਬੋਲਣ ਦਾ ਢੰਗ ਹੀ ਵੱਖਰਾ ਹੋ ਗਿਆ। ਮੈਂ ਨਹੀਂ ਕਰ ਸਕਦਾ, ਮੇਰੇ ਕੋਲ ਟਾਈਮ ਹੈ ਨਹੀਂ। 4 ਬੰਦਿਆਂ ਨੂੰ ਗਾਲਾਂ ਕੱਢ ਦਿੱਤੀਆਂ। ਜੇ ਪੱਖਾ ਚਲਾਉਣ ਦੀ ਜਾਚ ਆ ਗਈ ਤਾਂ ਹੰਕਾਰ। ਜੇ ਗੱਡੀ ਦਾ ਥੋੜ੍ਹਾ ਜਿਹਾ ਪਤਾ, ਪਰਾਂ ਹੋ ਜਾਓ ਸਾਰੇ, ਤੁਹਾਨੂੰ ਕੋਈ ਸਮਝ ਨਹੀਂ ਹੈ। ਇਹ ਰੱਬ ਦਾ ਸੁਭਾਅ ਨਹੀਂ। ਜੇ ਥੋੜ੍ਹਾ ਜਿਹਾ ਮਾਈਕ ਠੀਕ ਕਰਨੇ ਆ ਗਏ, ਉਹ ਵੀ ਨਹੀਂ। ਆਵਾਜ਼ ਠੀਕ ਕਰਨ ਦਾ ਪਤਾ ਲੱਗ ਗਿਆ ਤਾਂ ਵੀ। ਇਹ ਕਿੱਥੋਂ ਆ ਗਿਆ ਰੋਗ? ਜਿਹਨੂੰ ਇੰਨਾ ਪਤਾ ਹੈ, ਜਿਸ ਨੂੰ ਇੰਨਾ ਪਤਾ ਹੈ ਕਿ ਉਹ ਬੰਦੇ ਦੇ ਸਰੀਰ ਦੀਆਂ ਛੋਟੀਆਂ ਛੋਟੀਆਂ ਨਾੜੀਆਂ ਬਣਾਉਂਦਾ ਹੈ, ਉਹਨਾਂ ਦੇ ਜੋੜ ਲਾਉਂਦਾ ਹੈ, ਅੱਖਾਂ ਨੇ ਵੇਖਣਾ ਕਿਵੇਂ ਵੇ, ਦਿਮਾਗ ਨੂੰ ਖਬਰ ਕਿਵੇਂ ਦੇਣੀ ਹੈ, ਦਿਮਾਗ ਵਿੱਚ ਛੋਟੇ ਛੋਟੇ ਤੰਤੂ ਲਾਏ ਵੀ ਤੂੰ ਹੁਣ ਇਹ ਉਂਗਲ ਚੁੱਕਣੀ ਹੈ, ਇਹ ਹੱਥ ਹਿਲਾਉਣਾ ਹੈ, ਹੁਣ ਤੂੰ ਪੈਰ ਅੱਗੇ ਕਰਨਾ। ਕਿੰਨੇ ਪਾਈ ਸਾਰੀ ਸਮਝ ਇੰਨੀ ਸੂਖਸ਼ਮ। ਜਿੰਨੇ ਇਸ ਤਰ੍ਹਾਂ ਬੰਦੇ ਨੂੰ ਘੜਿਆ ਨਾ, ਬਣਾ ਬਣਾ ਕੇ ਉਹਨੂੰ 9-10 ਮਹੀਨਿਆਂ ਵਿੱਚ ਦਿੰਦਾ ਜਨਮ। ਤੇ ਜਿੱਦਣ ਉਸ ਬੱਚੇ ਦਾ ਜਨਮ ਹੁੰਦਾ ਹੈ ਨਾ, ਉਹਦੀ ਮਾਂ ਨੂੰ, ਉਹਦੇ ਪਿਓ ਨੂੰ, ਦਾਦੇ ਨੂੰ ਲੋਕ ਵਧਾਈਆਂ ਦਿੰਦੇ ਫਿਰਦੇ ਨੇ, ਤੇ ਰੱਬ ਜੀ ਕੋਲ ਬਹਿ ਕੇ ਵਿਚਾਰੇ ਬੈਠੇ ਹੁੰਦੇ, ਕਹਿੰਦੇ ਯਾਰ ਮੈਨੂੰ ਤਾਂ ਪੁੱਛਦਾ ਕੋਈ ਨਹੀਂ, ਮੈਂ ਸਾਰਾ ਜ਼ੋਰ ਲਾ ਦਿੱਤਾ ਇਹਨੂੰ ਬਣਾਉਣ ਤੇ। ਪਰ ਉਹਨੂੰ ਫਿਰ ਵੀ ਪਰਵਾਹ ਕੋਈ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਹੋਰ ਬਣਾ ਦਿੰਦੇ ਆ। ਕਈਆਂ ਨੂੰ ਜਨਮ ਦੇ ਜਾਂਦਾ ਹੈ। ਉਹ ਕਹਿੰਦੇ ਜੀ ਅਸੀਂ ਕਦੀ ਮਾਂ ਨੂੰ ਵਧਾਈਆਂ, ਕਦੀ ਪਿਓ ਨੂੰ, ਕਦੀ ਦਾਦੇ ਨੂੰ। ਉਹ ਕਹਿੰਦੇ ਬਸ ਹੁਣ ਕੋਈ ਪਰਵਾਹ ਨਹੀਂ। ਇੱਕ ਪਰਿਵਾਰਾਂ ਵਿੱਚ ਇਹ ਵੀ ਲਫ਼ਜ਼ ਵਰਤਿਆ ਜਾਂਦਾ, ਇੱਕ ਲਾਠੀ ਵੱਧ ਗਈ ਸਾਡੀ, ਇੱਕ ਡਾਂਗ ਵੱਧ ਗਈ। ਬੰਦੇ ਦੇ ਜਨਮ ਹੋਣ ਨਾਲ ਨਾ ਵੀ ਇੱਕ ਡਾਂਗ ਵਾਲਾ ਇੱਕ ਬੰਦਾ ਹੋਰ ਆ ਗਿਆ। ਉਹ ਕਹਿੰਦਾ ਉਹ ਹੱਦ ਹੋ ਗਈ। ਫਿਰ ਉੱਥੋਂ ਚੁੱਪ ਕਰਕੇ ਚਲਾ ਜਾਂਦਾ, ਚਲੋ ਇਹਨਾਂ ਨੂੰ ਖੁਸ਼ ਹੋ ਲੈਣ ਦਿਓ। ਫਿਰ ਹੋਰ ਬਣਾਉਣ ਲੱਗ ਪੈਂਦੇ, ਕਿਤੇ ਦਾਅਵਾ ਨਹੀਂ ਕਰਦਾ। ਇਸ ਲਈ ਕਹਿੰਦੇ ਨੇ ਜੇ ਉਹਨੇ ਕੁਝ ਦਿੱਤਾ ਹੈ ਤੇ ਪਹਿਲਾਂ ਉਹਦਾ ਸ਼ੁਕਰਾਨਾ ਕਰੋ, ਉਹਨੇ ਬਣਾਇਆ ਹੈ।
ਤੇ ਰੱਬ ਦਾ ਸੁਭਾਅ ਇਸ ਤਰ੍ਹਾਂ ਦਾ ਜਿਹੜਾ ਸਭ ਕੁਝ ਬਣਾਉਂਦਾ ਹੈ ਤੇ ਬਣਾ ਕੇ ਕਰਤਾ ਨਹੀਂ ਬਣਦਾ, ਫਿਰ ਵੀ ਨਮਸਤੰ ਨਿਰਕਰਮੇ, ਕਰਮ ਨਾਲ ਜੁੜਦਾ ਨਹੀਂ। ਤੇ ਸਾਡਾ ਸੁਭਾਅ ਇਸ ਤਰ੍ਹਾਂ ਦਾ ਵੀ ਸਾਨੂੰ ਰੱਬ ਨੇ ਰੱਖੇ ਹੀ ਉਹਨੇ ਕੋ ਪਾਣੀ ਵਿੱਚ, ਉਹਨੂੰ ਪਤਾ ਹੈ ਵੀ ਇਹਨੂੰ ਤੇ ਸੱਜਣ ਨੂੰ ਛੋਟਾ ਜਿਹਾ ਕੰਮ ਕਰਨਾ ਆ ਗਿਆ ਨਾ, ਸਾਰੀ ਦੁਨੀਆ ਨੂੰ ਅੱਗੇ ਲਾ ਲੈਣਾ, ਪਰਵਾਹ ਨਹੀਂ ਕਰਨੀ ਕਿਸੇ ਦੀ, ਮੂਰਖ ਕਹੇਗਾ ਸਾਰੀ ਦੁਨੀਆ ਨੂੰ। ਇਹ ਰੱਬ ਦਾ ਸੁਭਾਅ ਨੇ। ਜਿੱਦਣ ਕਿਸੇ ਦਾ ਜੀਵਨ ਉਹਦੇ ਨਾਲ ਜੁੜ ਜਾਂਦਾ ਹੈ, ਉਹ ਬੜਾ ਕੁਝ ਕਰ ਲੈਂਦਾ ਹੈ, ਬੜੀ ਸਮਰੱਥਾ ਹੋ ਜਾਂਦੀ, ਬੜੀ ਸ਼ਕਤੀ ਹੋ ਜਾਂਦੀ ਹੈ, ਪਤਾ ਨਹੀਂ ਕੀ ਦਾ ਕੀ ਕਰਦਾ ਹੈ, ਸੱਚ ਹੈ, ਅੰਦਾਜ਼ਾ ਨਹੀਂ। ਉਸ ਵਿਅਕਤੀ ਦੇ ਰਾਹੀਂ ਉਹ ਵਾਪਰ ਸਕਦਾ ਜੋ ਕਦੇ ਕਿਸੇ ਸੋਚਿਆ ਨਹੀਂ। ਉਹਨੂੰ ਕਲਗੀਆਂ ਵਾਲੇ ਕਹਿੰਦੇ ਨੇ ਤੂੰ ਇੰਨਾ ਕੁਝ ਕਰਨਾ ਹੈ, ਫਿਰ ਵੀ ਤੂੰ ਕਰਨ ਦਾ ਹੰਕਾਰ ਨਹੀਂ ਕਰਦਾ, ਇਸ ਕਰਕੇ ਨਮਸਤੰ ਨਿਰਕਰਮੇ। ਫਿਰ ਇੱਕ ਹੋਰ ਗੱਲ ਕਹੀ, ਕਹਿੰਦੇ ਨਮਸਤੰ ਨਿਰਭਰਮੇ। ਭਰਮ ਕਹਿੰਦੇ ਨੇ ਭੁਲੇਖਾ ਲੱਗ ਜਾਣਾ। ਫਿਰ ਜਿਹੜੀਆਂ ਚੀਜ਼ਾਂ ਤੂੰ ਬਣਾਈਆਂ ਨੇ ਉਹਦੇ ਵਿੱਚ ਤੈਨੂੰ ਕੋਈ ਭੁਲੇਖਾ ਨਹੀਂ ਲੱਗਾ, ਸਾਰੀਆਂ ਬਿਲਕੁਲ ਇੱਕਦਮ ਟਿਕ ਮਾਰ, ਰਾਈਟ, ਸਿੱਧੀ ਦਿਸ਼ਾ ਵਿੱਚ, ਕਿਤੇ ਗਲਤੀ ਨਹੀਂ, ਕੁਝ ਵੀ ਗਲਤ ਨਹੀਂ ਬਣਾਇਆ। ਜੇ ਹੁਣ ਗਲਤ ਹੋ ਗਿਆ ਤੇ ਬੰਦੇ ਦੀ ਬੇਈਮਾਨੀ ਨੇ ਗਲਤ ਕੀਤਾ ਹੈ, ਉਹਨੇ ਕੁਝ ਵੀ ਗਲਤ ਨਹੀਂ ਬਣਾਇਆ, ਇਸ ਕਰਕੇ ਉਹਨੂੰ ਭੁਲੇਖਾ ਨਹੀਂ ਲੱਗਦਾ। ਇਸ ਲਈ ਹਜ਼ੂਰ ਝੁਕ ਜਾਂਦੇ ਨੇ ਤੇ ਨਮਸਕਾਰ ਕਰਦੇ, ਕਹਿੰਦੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ। ਸਾਰਿਆਂ ਦੇਸ਼ਾਂ ਦਾ ਤੂੰ ਮਾਲਕ ਹੈ, ਪਰ ਕਿਸੇ ਦੇਸ਼ ਤੇ ਦਾਅਵਾ ਨਹੀਂ ਕਰਦਾ ਕਿ ਮੇਰਾ ਦੇਸ਼ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਦੇਸ਼ ਹੈ। ਇਸ ਕਰਕੇ ਤੂੰ ਨਮਸਤੰ ਨਿਰਦੇਸ਼ੇ, ਦੇਸ਼ ਦਾ ਦਾਅਵਾ ਨਹੀਂ ਕਰਦਾ। ਫਿਰ ਕਹਿੰਦੇ ਨਮਸਤੰ ਨਿਰਭੇਸੇ, ਤੂੰ ਕਿਸੇ ਭੇਸ ਵਿੱਚ ਨਹੀਂ ਰਹਿੰਦਾ, ਸਾਰਿਆਂ ਤੋਂ ਆਜ਼ਾਦ ਹੈ, ਸਾਰਿਆਂ ਤੋਂ ਖੁੱਲ੍ਹਾ ਹੈ, ਸਾਰਿਆਂ ਤੋਂ ਮਹਾਨ ਹੈ। ਐਸੇ ਰੱਬ ਦੀ ਉਸਤਤ ਸਤਿਗੁਰੂ ਕਰ ਰਹੇ ਨੇ। ਆਓ ਸਾਧ ਸੰਗਤ 1-2 ਮਿੰਟ ਉਸ ਆਵਾਜ਼ ਨਾਲ, ਉਸ ਨਾਮ ਨਾਲ, ਉਹਦੇ ਪਿਆਰ ਵਿੱਚ ਜੁੜਨ ਦਾ ਯਤਨ ਕਰੀਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।